ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਹਾਂ ਨਵਜੋਤ ਕੌਰ। ਸਭ ਤੋਂ ਪਹਿਲਾਂ ਗੱਲ ਖੇਤੀ ਕਾਨੂੰਨਾਂ ਦੀ, ਜਿਸ ਤੇ ਕੱਲ ਸਾਰਾ ਦਿਨ ਮੰਥਨ ਚੱਲਿਆ ਪਰ ਅਖੀਰ ਦੇ ਵਿੱਚ ਨਿਕਲਿਆ ਕੁਝ ਵੀ ਨਹੀਂ। 8ਵੇਂ ਦੌਰ ਦੀ ਮੀਟਿੰਗ ਵੀ ਬੇਸਿੱਟਾ ਰਹੀ, ਨਾ ਤਾਂ ਸਰਕਾਰ ਪਿੱਛੇ ਹਟੀ ਤੇ ਨਾ ਹੀ ਕਿਸਾਨ, ਦੋਵੇਂ ਧਿਰਾਂ ਅੜੀਆਂ ਰਹੀਆਂ। ਵੇਖੋ ਪੂਰੇ ਦਿਨ ਦੀ ਇਹ ਸੰਖੇਪ ਰਿਪੋਰਟ। ਕੇਂਦਰ ਤੇ ਕਿਸਾਨਾਂ ਦੇ ਵਿਚਾਲੇ 8ਵੇਂ ਦੌਰ ਦੀ ਮੀਟਿੰਗ ਦਾ ਨਤੀਜਾ ਵੀ ਪਹਿਲੀਆਂ ਮੀਟਿੰਗਾਂ ਵਾਲਾ ਹੀ ਰਿਹਾ। ਗੱਲ ਕਿਸੇ ਤਨ ਪਤਨ ਨਹੀਂ ਲੱਗੀ। ਯੈਸ ਔਰ ਨੋ ਦੇ ਬਾਅਦ ਗੱਲ ਹੁਣ ਜਾਂ ਮਰਾਂਗੇ ਜਾਂ ਜਿੱਤਾਂਗੇ ਤੱਕ ਪਹੁੰਚ ਗਈ ਹੈ। ਇਹ ਕਿਸਾਨਾਂ ਦਾ ਨਵਾਂ ਨਾਰਾ ਹੈ। ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਵਿੱਚ ਖੇਤੀ ਕਾਨੂੰਨ ਰੱਦ ਹੋਣ ਬਾਰੇ ਜਦੋਂ ਗੱਲ ਅੱਗੇ ਨਾ ਤੁਰੀ ਤਾਂ ਕਿਸਾਨਾਂ ਨੇ ਜਾਂ ਮਰਾਂਗੇ ਜਾਂ ਜਿੱਤਾਂਗੇ ਸਲੋਗਨ ਵਾਲੇ ਪਰਚੇ ਦਿਖਾਏ, ਜਿਸ ਦੇ ਬਾਅਦ ਮੀਟਿੰਗ ਦੇ ਵਿੱਚ ਚਰਚਾ ਕਰਨ ਦੇ ਲਈ ਬਹੁਤਾ ਕੁਝ ਬਚਿਆ ਨਹੀਂ ਸੀ ਅਤੇ ਬਿਨਾਂ ਕਿਸੇ ਸਿੱਟੇ ਤੇ ਪਹੁੰਚੇ 8ਵੇਂ ਦੌਰ ਦੀ ਮੀਟਿੰਗ ਵੀ ਖਤਮ ਹੋ ਗਈ। ਅਗਲੀ ਮੀਟਿੰਗ ਦੇ ਲਈ 15 जनवरी ਦੀ ਤਾਰੀਖ ਮੁਕਰਰ ਕਰ ਦਿੱਤੀ ਗਈ। वार्ता में तीनों कानूनों से संबंधित ही चर्चा होती रही, लेकिन कोई निर्णय आज नहीं हो सका। सरकार का लगातार यह आग्रह रहा कि रिपील के अतिरिक्त कोई और विकल्प अगर यूनियन दे तो सरकार उस पर विचार करेगी, लेकिन बहुत देर तक चर्चा के बाद भी कोई विकल्प आज प्रस्तुत नहीं किए जा सके और इसलिए आज चर्चा का दौर यहीं स्थगित हुआ। ਖੇਤੀਬਾੜੀ ਮੰਤਰੀ ਨੇ ਕਿਸਾਨਾਂ ਅੱਗੇ ਦਲੀਲ ਪੇਸ਼ ਕੀਤੀ ਕਿ ਇਹ ਕਾਨੂੰਨ ਪੂਰੇ ਦੇਸ਼ ਦੇ ਲਈ ਨੇ। ਕੁਝ ਕਿਸਾਨ ਜਥੇਬੰਦੀਆਂ ਕਾਨੂੰਨਾਂ ਦੇ ਹੱਕ ਵਿੱਚ ਵੀ ਨੇ, ਇਸ ਲਈ ਕਾਨੂੰਨ ਰੱਦ ਨਹੀਂ ਹੋ ਸਕਦੇ। ਤੁਸੀਂ ਜੋ ਸੋਧਾਂ ਕਰਵਾਉਣੀਆਂ ਨੇ ਉਹ ਕਰਵਾ ਲਓ, ਪਰ ਕਿਸਾਨ ਜਥੇਬੰਦੀਆਂ ਨੇ ਸਰਕਾਰ ਦੀ ਇਸ ਦਲੀਲ ਨੂੰ ਮੁੱਢ ਤੋਂ ਹੀ ਰੱਦ ਕਰ ਦਿੱਤਾ ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਫਿਰ ਤੋਂ ਦੁਹਰਾਈ। ਇਹ ਸਰਕਾਰ ਨੇ ਤਾਂ ਬੇੜਾ ਗਰਕ ਕਰਤਾ ਸਾਡੇ ਦੇਸ਼ ਦਾ। ਜਦ ਦੀ ਸਰਕਾਰ ਆਈ ਆ ਨੋਟਬੰਦੀ ਕਰਤੀ, GST ਕਿਸਾਨਾਂ ਤੇ ਲਾਤੀ ਇਹਨਾਂ ਨੇ। ਤੀਜਾ ਇਹ ਕਾਨੂੰਨ ਬਣਾ ਕੇ ਸਾਨੂੰ ਖਰਾਬ ਲੱਗੇ ਹੋਏ ਨੇ ਕਰਨੇ ਤੇ ਕਿਸਾਨਾਂ ਨੂੰ ਮਾਰਨ ਲੱਗੇ ਹੋਏ ਨੇ। ਕੋਈ ਗੱਲ ਨਹੀਂ, ਅਸੀਂ ਵੱਡੇ ਅੰਦੋਲਨ ਦੀ ਵੱਡੀ ਤਿਆਰੀ ਕਰਾਂਗੇ ਤੇ ਲੋਕਾਂ ਨੂੰ ਹੋਰ ਜੋੜਾਂਗੇ, ਹੋਰ ਸਟੇਟਾਂ ਨੂੰ ਨਾਲ ਜੋੜਾਂਗੇ ਤੇ ਪਰ ਇੱਕ ਸਾਨੂੰ ਇਹਨਾਂ ਨੇ ਡੇਟ ਵੀ ਦਿੱਤੀ ਆ ਕਿ ਵਿਕਲਪ ਤੋਮਰ ਸਾਹਿਬ ਕਹਿ ਰਹੇ ਕਿ ਕਾਨੂੰਨ ਰੱਦ ਕਰਨ ਤੋਂ ਇਲਾਵਾ ਕੋਈ ਵਿਕਲਪ ਕਿਸਾਨ ਜਥੇਬੰਦੀਆਂ ਦੇ ਨਹੀਂ। ਅਸੀਂ ਕਿਹਾ ਕਾਨੂੰਨ ਰੱਦ ਕਰਵਾਉਣੇ ਆ, ਕੋਈ ਵਿਕਲਪ ਨਹੀਂ ਸਾਡੇ ਕੋਲ। ਅੱਜ ਦੀ ਮੀਟਿੰਗ ਵੀ ਕੁਝ ਵੀ ਨਹੀਂ ਯਾਰ, ਜੋ ਬੈਠੇ ਆ ਜਾ ਕੇ ਉਹਨਾਂ ਨੇ ਇੱਕੋ ਗੱਲ ਕਰਤੀ ਪਈ, ਅਸੀਂ ਰਿਪੀਲ ਨਹੀਂ ਕਰ ਸਕਦੇ। ਐਸੇ ਤੁਸੀਂ ਰਿਪੀਲ ਨਹੀਂ ਕਰ ਸਕਦੇ ਤਾਂ ਅਸੀਂ ਇਸ ਤੋਂ ਥੱਲੇ ਆ ਨਹੀਂ ਸਕਦੇ। ਬੈਠੇ ਰਹੋ, ਫਿਰ ਕੋਈ ਦਿੱਕਤ ਨਹੀਂ, ਬੈਠੇ ਰਵਾਂਗੇ। ਉਹ ਗੱਲ ਤਾਂ ਸਿਰਫ ਇਹੀ ਹੋਈ ਹੈ, ਕੱਖ ਵੀ ਨਹੀਂ ਹੋਇਆ। ਹਰਮੀਤ ਸਿੰਘ ਕਾਦੀਆਂ ਨੇ ਕਿਹਾ ਹੈ ਕਿ ਹੁਣ 15 ਜਨਵਰੀ ਵਾਲੀ ਮੀਟਿੰਗ ਵੱਲ ਘੱਟ ਫੋਕਸ ਆ ਤੇ 26 ਜਨਵਰੀ ਦੇ ਜਿਹੜੀ ਪਰੇਡ ਕਰਨੀ ਉਹਦੇ ਵੱਲ ਜ਼ਿਆਦਾ ਧਿਆਨ। ਫਾਈਨਲ ਮੈਚ ਜਿਹੜਾ ਸਾਡਾ ਉਧਰ ਵੱਧ ਧਿਆਨ ਹੋਊਗਾ। ਬਾਕੀ ਮੀਟਿੰਗ ਤੇ ਹਰ ਵਾਰੀ ਆਏ ਕੁਝ ਹੋ ਰਿਹਾ ਨਾ, ਨਿਕਲ ਹੀ ਨਹੀਂ ਕੁਝ ਰਿਹਾ ਤੇ ਫਿਰ ਬਾਰ-ਬਾਰ ਮੀਟਿੰਗ ਤੇ ਆਉਣਾ ਜਾਣਾ ਹੀ ਹੈ ਮੀਟਿੰਗ ਵਾਲਾ ਤਾਂ। ਬਾਕੀ ਉਹ ਜਿਹੜਾ ਸਾਡਾ ਪ੍ਰੋਗਰਾਮ ਲਿਖਿਆ ਉਹ ਤੇ ਵੱਧ ਤੋਂ ਵੱਧ ਧਿਆਨ ਦਿੱਤਾ ਜਾਊਗਾ। ਮੀਟਿੰਗ ਦੇ ਅੰਦਰ ਮਾਹੌਲ ਕੋਈ ਬਹੁਤਾ ਸਾਜ਼ਗਾਰ ਨਹੀਂ ਸੀ। ਨਿਊਜ਼ 18 ਦੇ ਸੂਤਰਾਂ ਮੁਤਾਬਕ ਖੇਤੀਬਾੜੀ ਮੰਤਰੀ ਤੇ ਕਿਸਾਨ ਲੀਡਰਾਂ ਅਤੇ ਖਾਸ ਕਰਕੇ ਬਲਬੀਰ ਸਿੰਘ ਰਾਜੇਵਾਲ ਦੇ ਵਿਚਾਲੇ ਤਿੱਖੀ ਬਹਿਸ ਹੋਈ। ਇੱਕ ਮੌਕੇ ਤੇ ਕਿਸਾਨਾਂ ਨੇ ਮੀਟਿੰਗ ਦੇ ਵਿੱਚ ਮੌਨ ਵੀ ਧਾਰਿਆ, ਚਾਹ ਤੱਕ ਨਹੀਂ ਪੀਤੀ। ਹਾਲਾਤ ਇਹ ਸੀ ਕਿ ਕਰੀਬ 2.5 ਘੰਟੇ ਦੀ ਮੀਟਿੰਗ ਵਿੱਚ ਬਹੁਤ ਥੋੜੇ ਸਮੇਂ ਲਈ ਮੰਤਰੀਆਂ ਤੇ ਕਿਸਾਨਾਂ ਦੀ ਗੱਲਬਾਤ ਹੋਈ। ਬਾਕੀ ਸਮਾਂ ਕਿਸਾਨ ਮੀਟਿੰਗ ਹਾਲ ਦੇ ਵਿੱਚ ਅਤੇ ਮੰਤਰੀ ਵੱਖਰੇ ਕਮਰੇ ਦੇ ਵਿੱਚ ਆਪਸ ਵਿੱਚ ਚਰਚਾ ਕਰਦੇ ਰਹੇ। ਦਿੱਲੀ ਤੋਂ ਪੰਕਜ ਕਪਾਹੀ ਦੇ ਨਾਲ ਨਪਿੰਦਰ ਬਰਾੜ, ਨਿਊਜ਼ 18। ਅਗਲੀ ਵੱਡੀ ਖਬਰ ਬਾਬਾ ਲੱਖਾ ਸਿੰਘ ਦੇ ਨਾਲ ਜੁੜੀ ਹੋਈ ਹੈ। ਬਾਬਾ ਲੱਖਾ ਸਿੰਘ ਦੇ ਨਾਲ ਮੁਲਾਕਾਤ ਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਸਾਹਮਣੇ ਆਇਆ ਹੈ। ਬਾਬਾ ਲੱਖਾ ਸਿੰਘ ਨੇ ਹੀ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ। ਤੋਮਰ ਵੱਲੋਂ ਇਹ ਗੱਲ ਕਹੀ ਗਈ, ਮੈਂ ਹੀ ਬਾਬਾ ਲੱਖਾ ਸਿੰਘ ਨੂੰ ਕਿਸਾਨਾਂ ਦੇ ਨਾਲ ਗੱਲ ਕਰਨ ਦੇ ਲਈ ਕਿਹਾ ਸੀ। ਔਰ ਬਾਬਾ ਲੱਖਾ ਸਿੰਘ ਦੀ ਇਸ ਐਂਟਰੀ ਤੋਂ ਬਾਅਦ ਕਿਸਾਨਾਂ ਨੇ ਇਸ ਦੀ ਇੱਕ ਤਰ੍ਹਾਂ ਨਿੰਦਾ ਵੀ ਕੀਤੀ ਸੀ। ਉਹਨਾਂ ਨੂੰ ਇਹ ਗੱਲ ਰਾਸ ਨਹੀਂ ਆਈ ਸੀ ਕਿ ਕੋਈ ਵੀ ਬਾਹਰਲਾ ਵਿਅਕਤੀ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਚੋਲਗੀ ਕਰੇ ਤੇ ਕਿਸਾਨਾਂ ਵੱਲੋਂ ਇਹ ਗੱਲ ਸਾਫ਼ ਕਰ ਦਿੱਤੀ ਗਈ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਬਾਹਰਲਾ ਵਿਅਕਤੀ ਸਾਡੇ ਕਿਸੇ ਮਸਲੇ ਦੇ ਵਿੱਚ ਦਖਲ ਦੇਵੇ। ਅਸੀਂ ਆਪ ਹੀ ਇਸ ਮਸਲੇ ਨੂੰ ਨਜਿੱਠਣ ਦੇ ਲਈ ਕਾਫੀ ਹਾਂ। मैंने सरकार के कानूनी पक्ष को उनके समक्ष रखा और मैंने उनको यह भी बताया कि यूनियन से चर्चा के दौरान जो उनकी कठिनाइयां हम लोगों को संज्ञान में आईं, उन पर हम लोगों ने एक लिखित प्रस्ताव भी यूनियन को दिया कि सरकार इन पर खुले मन से विचार करने के लिए तैयार है, लेकिन यूनियन ने उन सारी चीज़ को
खारिज कर दिया। और मैंने उनसे ये प्रार्थना की कि आप यूनियंस के लीडर्स से बात करें। यूनियन के लीडर रिपील के अतिरिक्त जो भी विचार व्यक्त करते हैं वो सीधा हमको विचार व्यक्त करें, हमको प्रस्ताव दें, अथवा वो अगर आपको भी कोई प्रस्ताव देते हैं और आप हमको कन्वे करते हैं तो भी निश्चित रूप से हम विचार करेंगे। तो मध्यस्थता के लिए हमने बाबा लखा सिंह जी को नहीं कहा, उनके मन में किसानों के प्रति जो दर्द था उसके कारण उन्होंने हमको कहा। तो स्वाभाविक रूप से विषय किसानों का भी है और विषय धार्मिक संत का भी है, तो किसानों का भी सम्मान हमारे मन में है और धार्मिक संत का भी सम्मान हमारे मन में है। इसलिए बाबा लखा सिंह जी से बहुत अच्छे वातावरण में चर्चा हुई और मुझे आशा है कि शायद उन्होंने संबंधित लोगों से बात की हो। ਤਾਂ ਬੀਤੇ ਦਿਨ 8ਵੇਂ ਦੌਰ ਦੀ ਗੱਲਬਾਤ ਹੋਈ ਜਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਿੱਟਾ ਨਹੀਂ ਨਿਕਲ ਸਕਿਆ ਔਰ ਅਗਲੀ ਜਿਹੜੀ ਤਾਰੀਖ ਮੁਕਰਰ ਕੀਤੀ ਗਈ ਹੈ ਉਹ 15 ਜਨਵਰੀ ਦੀ ਹੈ ਤੇ ਕਿਸਾਨ ਅੰਦੋਲਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਇਹ ਅੰਦੋਲਨ ਹੁਣ ਕਿਸੇ ਇੱਕ ਵਰਗ ਜਾਂ ਫਿਰ ਇੱਕ ਧਰਮ ਦਾ ਨਹੀਂ ਬਲਕਿ ਸਰਬ ਸਾਂਝਾ ਅੰਦੋਲਨ ਹੋ ਗਿਆ ਹੈ। ਮੇਰੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਕਿ ਸਮੁੱਚੇ ਸਿੱਖ ਪੰਥ ਦੀ ਅਗਵਾਈ ਕਰਦੇ ਨੇ, ਤਾਂ ਉਹ ਇਸ ਅੰਦੋਲਨ ਨੂੰ ਕਿੱਦਾਂ ਦੇਖਦੇ ਨੇ ਕਿਉਂਕਿ ਸੜਕਾਂ ਤੇ ਖਾਸ ਤੌਰ ਤੇ ਪੰਜਾਬੀ ਅਤੇ ਸਿੱਖਾਂ ਦੀ ਜਿਹੜੀ ਬਹੁਤ ਵੱਡੀ ਗਿਣਤੀ ਹੈ, ਤਾਂ ਉਹ ਇਸ ਅੰਦੋਲਨ ਨੂੰ ਕਿੱਦਾਂ ਦੇਖ ਰਹੇ ਨੇ ਔਰ ਪੰਥ ਦੇ ਲਈ ਉਹਨਾਂ ਦਾ ਕੀ ਸੁਨੇਹਾ ਨੇ, ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਦੇ ਹਾਂ। ਸਿੰਘ ਸਾਹਿਬ, ਸਭ ਤੋਂ ਪਹਿਲਾਂ ਤਾਂ ਇਸ ਅੰਦੋਲਨ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ ਕਿਉਂਕਿ ਲਗਾਤਾਰ ਜਿਹੜਾ ਅੰਦੋਲਨ ਹੈ ਖਤਮ ਹੋਣ ਦੀ ਬਜਾਏ ਗਾਂਹ ਨੂੰ ਵਧਦਾ ਜਾ ਰਿਹਾ, ਤਾਂ ਤੁਸੀਂ ਕਿੱਦਾਂ ਦੇਖਦੇ ਹੋ ਔਰ ਕੀ ਸੋਚਦੇ ਹੋ ਕਿ ਇਹ ਅੰਦੋਲਨ ਹੁਣ ਖਤਮ ਹੋਣ ਵਾਲੇ ਪਾਸੇ ਵਧੇਗਾ ਜਾਂ ਫਿਰ ਨਹੀਂ? ਜਦੋਂ ਇਹ ਖੇਤੀ ਬਿੱਲ ਜਿਹੜੇ ਪਾਸ ਹੋਏ ਸੀਗੇ ਤੇ ਕਿਸਾਨਾਂ ਦੇ ਵਿੱਚ ਇਹਨਾਂ ਬਿੱਲਾਂ ਨੂੰ ਲੈ ਕੇ ਰੋਹ ਦੀ ਭਾਵਨਾ ਪ੍ਰਗਟ ਹੋਈ ਸੀ, ਤਾਂ ਉਸ ਵਕਤ ਦੀਵਾਲੀ ਵਾਲੇ ਦਿਨ ਬੰਦੀ ਛੋੜ ਦਿਵਸ ਦੇ ਮੌਕੇ ਦੇ ਉੱਤੇ ਜੋ ਦਰਸ਼ਨੀ ਡਿਊਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸੰਦੇਸ਼ ਹੁੰਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ, ਉਹਦੇ ਵਿੱਚ ਵੀ ਸਪੈਸ਼ਲੀ ਅਪੀਲ ਕੀਤੀ ਗਈ ਸੀ ਸਾਰੀ ਸਿੱਖ ਸੰਗਤ ਨੂੰ ਕਿ ਭਾਵੇਂ ਇਹ ਅੰਦੋਲਨ ਜਿਹੜਾ ਹੈ ਉਹ ਕਿਸਾਨਾਂ ਦਾ ਹੈ, ਭਾਰਤ ਭਰ ਦੇ ਕਿਸਾਨਾਂ ਦਾ ਹੈ, ਪਰ ਸਿੱਖ ਜਿਹੜੇ ਹੈ ਕਿਉਂਕਿ ਹਰ ਸਮੇਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਜੂਝਦੇ ਆਏ ਹੈ, ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਆਏ, ਇਸ ਕਰਕੇ ਇਸ ਅੰਦੋਲਨ ਦੇ ਵਿੱਚ ਸਿੱਖ ਕੌਮ ਜਿਹੜੀ ਹੈ ਪੂਰਾ ਭਾਰਤ ਦੇ ਕਿਸਾਨਾਂ ਦਾ ਸਾਥ ਦੇਵੇ। ਤੇ ਮੈਨੂੰ ਖੁਸ਼ੀ ਇਸ ਗੱਲ ਦੀ ਕਿ ਕਾਫੀ ਸਹਿਯੋਗ ਜਿਹੜਾ ਹੈ ਸਾਡੀਆਂ ਕੌਮੀ ਸੰਸਥਾਵਾਂ ਨੇ ਦਿੱਤਾ ਹੈ ਤੇ ਮੈਂ ਬਾਰ-ਬਾਰ ਇਹੋ ਹੀ ਅਪੀਲ ਕਰਦਾ ਆਇਆ ਤੇ ਹੁਣ ਵੀ ਮੈਂ ਇਹੋ ਕਹਿਣਾ ਚਾਹੁੰਦਾ ਹਾਂ ਕਿ ਇਹ ਅੰਦੋਲਨ ਜਿਹੜਾ ਹੈ ਭਾਰਤ ਭਰ ਦੇ ਕਿਸਾਨਾਂ ਦਾ, ਮਜ਼ਦੂਰਾਂ ਦਾ ਅੰਦੋਲਨ ਹੈ, ਕਿਸੇ ਵਿਸ਼ੇਸ਼ ਧਰਮ ਦਾ ਅੰਦੋਲਨ ਨਹੀਂ ਹੈ। ਹਾਂ, ਕਿਉਂਕਿ ਅਸੀਂ ਸਿੱਖ ਜਿਹੜੇ ਹੈ ਸਾਡੇ ਅੰਦਰ ਗੁਰੂ ਸਾਹਿਬਾਨਾਂ ਨੇ ਸਾਨੂੰ ਪਰ ਉਪਕਾਰ ਦੀ ਜਿਹੜੀ ਹੈ ਇੱਕ ਚਿੰਨ੍ਹ ਦਿੱਤੀ ਹੈ ਤੇ ਉਹਦੇ ਸਦਕਾ ਵੱਧ ਤੋਂ ਵੱਧ ਲੰਗਰ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਲਾ ਰਹੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਜਿੱਥੇ ਕਿਤੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਤੇ ਲੰਗਰ ਸਿੱਖਾਂ ਦੇ ਚੱਲਣੇ ਹੀ ਹੈ, ਕੋਈ ਦੋ ਰਾਵਾਂ ਨਹੀਂ। ਪਰ ਇਹ ਭਾਰਤ ਦੇ ਕਿਸਾਨਾਂ ਦਾ ਅੰਦੋਲਨ ਹੈ। ਇਸ ਵਕਤ ਪੂਰਾ ਸਿਖਰ ਦੇ ਉੱਤੇ ਇਹ ਅੰਦੋਲਨ ਪਹੁੰਚਿਆ ਹੋਇਆ ਹੈ ਤੇ ਬੜੀ ਹੀ ਸੰਜੀਦਗੀ ਤੋਂ ਕੰਮ ਲੈਣ ਦੀ ਇਸ ਵਕਤ ਬੜੀ ਵੱਡੀ ਲੋੜ ਹੈ। ਖਾਸ ਤੌਰ ਦੇ ਉੱਤੇ ਜਿਹੜੇ ਅੰਦੋਲਨ ਦੇ ਜਿਹੜੇ ਜ਼ਿੰਮੇਵਾਰ ਆਗੂ ਨੇ ਉਹਨਾਂ ਨੂੰ ਬੜਾ ਹੀ ਸੋਚ ਸਮਝ ਕੇ ਸੰਜੀਦਗੀ ਦੇ ਨਾਲ ਫੈਸਲਾ ਲੈਣ ਦੀ ਜਿਹੜੀ ਹੈ ਜ਼ਰੂਰਤ ਹੈ ਕਿਉਂਕਿ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਨੇ ਉਹਨਾਂ ਆਗੂਆਂ ਦੇ ਉੱਤੇ ਟਿਕੀਆਂ ਹੋਈਆਂ ਨੇ ਤੇ ਸਰਕਾਰ ਜਿਹੜੀ ਹੈ ਇਹਨੂੰ ਵੀ ਚਾਹੀਦਾ ਹੈ ਕਿ ਜਿਹੜੀਆਂ ਵੀ ਇਹਨਾਂ ਦੀਆਂ ਵਾਜਬ ਮੰਗਾਂ ਨੇ ਉਹਨਾਂ ਵੱਲ ਜਿਹੜਾ ਉਹ ਧਿਆਨ ਦੇਵੇ ਤੇ ਕਿਹੜਾ ਮਸਲਾ ਜਿਹਦਾ ਗੱਲਬਾਤ ਦੇ ਨਾਲ ਹੱਲ ਨਹੀਂ ਨਿਕਲਦਾ। ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਤੇ ਦੂਜੇ ਪਾਸੇ ਸਿਆਸੀ ਧਿਰਾਂ ਆਪਸ ਦੇ ਵਿੱਚ ਵਾਰ ਪਲਟਵਾਰ ਦਾ ਸਿਲਸਿਲਾ ਵੀ ਸਿਆਸੀ ਧਿਰਾਂ ਵੱਲੋਂ ਲਗਾਤਾਰ ਜਾਰੀ ਹੈ ਤੇ ਇੱਧਰ ਹੀ ਵਿਰੋਧੀਆਂ ਦੇ ਇਲਜ਼ਾਮਾਂ ਤੇ ਕੈਪਟਨ ਅਮਰਿੰਦਰ ਸਿੰਘ ਦਾ ਪਲਟਵਾਰ ਸਾਹਮਣੇ ਆਇਆ ਹੈ। ਦਿੱਲੀ ਬਾਰਡਰ ਤੇ ਪੰਜਾਬ ਦੇ ਅਫਸਰਾਂ ਦੀ ਗੱਲ ਬਿਲਕੁਲ ਬੇਬੁਨਿਆਦ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਗੱਲ ਕਹੀ ਗਈ, ਆਧਾਰਹੀਣ ਇਲਜ਼ਾਮ ਲਗਾ ਰਹੇ ਨੇ ਵਿਰੋਧੀ ਔਰ ਅਫਸਰਾਂ ਤੋਂ ਸਿਰਫ ਇੰਟੈਲੀਜੈਂਸ ਰਿਪੋਰਟਾਂ ਮੰਗੀਆਂ ਜਾ ਰਹੀਆਂ ਨੇ, ਹਾਲਾਤ ਤੇ ਨਜ਼ਰ ਰੱਖਣਾ ਪੁਲਿਸ ਦੀ ਜ਼ਿੰਮੇਵਾਰੀ ਹੈ। ਕੈਪਟਨ ਵੱਲੋਂ ਇਹ ਗੱਲ ਕਹੀ ਗਈ। ਵਿਰੋਧੀਆਂ ਨੇ ਪੂਰੇ ਮਾਮਲੇ ਨੂੰ ਗਲਤ ਢੰਗ ਦੇ ਨਾਲ
ਪੇਸ਼ ਕੀਤਾ ਹੈ। ਔਰ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਏ ਸੀ ਕਿ ਦਿੱਲੀ ਬਾਰਡਰਾਂ ਤੇ ਪੁਲਿਸ ਅਫਸਰ ਭੇਜ ਕੇ ਕਿਸਾਨਾਂ ਨੂੰ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਸਿਆਸਤ ਵੀ ਆਪਣੇ ਲੈਵਲ ਤੇ ਚੱਲ ਰਹੀ ਹੈ। ਇੱਕ ਪਾਸੇ ਕਿਸਾਨ ਅੰਦੋਲਨ ਇਸ ਵੇਲੇ ਸਿਖਰਾਂ ਤੇ ਔਰ ਦੂਜੇ ਪਾਸੇ ਸਿਆਸਤ ਬਿਲਕੁਲ ਪੈਰਲਲ ਚੱਲ ਰਹੀ ਹੈ। ਤਾਂ ਵਿਰੋਧੀਆਂ ਦੇ ਇਲਜ਼ਾਮਾਂ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਪਲਟਵਾਰ ਕੀਤਾ ਹੈ। ਕੈਪਟਨ ਦੇ ਮੁਤਾਬਿਕ ਦਿੱਲੀ ਬਾਰਡਰਾਂ ਤੇ ਪੰਜਾਬ ਦੇ ਅਫਸਰਾਂ ਦੀ ਗੱਲ ਬਿਲਕੁਲ ਬੇਬੁਨਿਆਦ ਹੈ। ਆਧਾਰਹੀਣ ਇਲਜ਼ਾਮ ਲਗਾ ਰਹੇ ਨੇ ਵਿਰੋਧੀ ਔਰ ਅਫਸਰਾਂ ਤੋਂ ਸਿਰਫ ਇੰਟੈਲੀਜੈਂਸ ਰਿਪੋਰਟਾਂ ਹੀ ਲਈਆਂ ਜਾ ਰਹੀਆਂ ਨੇ ਔਰ ਹਾਲਾਤ ਤੇ ਨਜ਼ਰ ਰੱਖਣਾ ਪੁਲਿਸ ਦੀ ਜ਼ਿੰਮੇਵਾਰੀ ਹੈ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਏ ਗਏ ਨੇ ਕਿ ਦਿੱਲੀ ਬਾਰਡਰਾਂ ਤੇ ਪੁਲਿਸ ਅਫਸਰ ਭੇਜ ਕੇ ਕਿਸਾਨਾਂ ਨੂੰ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। उधर किसान अंदोलन लेके बिक्रम मजीठिया का भी बड़ा बयान सामने आया। केंद्र ते कांग्रेस सरकार दोवें अंदोलन नूं टारगेट कर रहे ने। मजीठिया वालों एक गल कही गई। मजीठा दे विच मृतक किसान दे परिवार नूं मिलण पहुंचे हुए सी बिक्रम मजीठिया और भाजपा लीडर अपनी जिद छड्डण। मजीठिया वालों एक गल कही गई। ठंड दे विच सड़कां ते किसान रोल रहे ने। किसान अंदोलन दे नाल कई जानां भी गवा चुके ने। अकाली दल किसानां दे नाल खड़ा है। बिक्रम मजीठिया मजीठा पिंड दे विच एक मृतक किसान दे घर पुजे हुए सी और उस दौरान ही मजीठिया वालों ये इल्जाम जिहड़े ने केंद्र सरकार और कांग्रेस सरकार ते लगाए गए कि दोवें ही टारगेट करने की कोशिश कर रहे हैं। खास करके उस माहौल दे विच जदों इन्नी कड़ाके दी ठंड पै रही है और किसान एक एक दिन सड़कां ते रुल रहे हैं तां इस वेले केंद्र सरकार और सूबा सरकार दोनों नूं ही चाहिदा है कि वो किसानां नूं टारगेट ना करन। और केंद्र सरकार नूं भी मजीठिया वालों एक गल कही गई कि छेती तो छेती किसानी मसले दा हल होना इस वेले जरूरी है। ਵੱਡੀ ਕਿੱਡੀ ਉਮਰ ਦੇ ਬਜ਼ੁਰਗ ਸਾਡੀਆਂ ਮਾਵਾਂ ਛੋਟੇ ਛੋਟੇ ਬੱਚੇ ਇਸ ਕੜਕ ਦੀ ਠੰਡ 'ਚ ਉੱਥੇ ਬੈਠੇ ਆ ਮਗਰ ਸਰਕਾਰ ਦਾ ਜਿਹੜਾ ਐਰੋਗੈਂਟ ਐਟੀਟਿਊਡ ਹੈ ਉਸ ਨੂੰ ਅਸੀਂ ਕੰਡੈਮ ਕਰਦੇ ਹਾਂ ਔਰ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਵੀ ਤੇ ਸੈਂਟਰ ਦੀ ਸਰਕਾਰ ਵੀ ਜਿੱਥੇ ਗੱਲ ਵੀ ਸੁਣੇ ਨਾਲ ਇਹਨਾਂ ਨੂੰ ਬਣਦੀ ਮਾਨ ਸਤਿਕਾਰ ਮਦਦ ਜਿਹੜੇ ਪਰਿਵਾਰਾਂ ਨੇ ਕੁਰਬਾਨੀ ਦਿੱਤੀ ਉਹਨਾਂ ਨੂੰ ਕਰਨੀ ਚਾਹੀਦੀ। अगली वड्डी खबर कोरोना वैक्सीन ते उसदे टीकाकरण दे नाल जुड़ी हुई है ते कोरोना वैक्सीन ते प्रधानमंत्री मंथन करन जा रहे ने। प्रधानमंत्री मोदी सारे मुख मंत्रियों दे नाल गलबात करनगे। सोमवार नूं सीएम्स दे नाल प्रधानमंत्री गलबात करनगे। कोविड वैक्सीनेशन ते पूरी समीक्षा कीती जावेगी। शाम 4 बजे गलबात कीती जावेगी। तां इह कोई पहला मौका नहीं है जदों कि प्रधानमंत्री जिहड़े वख-वख सूबे ने उन्हां दे मुख मंत्रियों दे नाल चर्चावां करनगे वीडियो कॉन्फ्रेंसिंग दे राहीं क्योंकि ज्यादातर पिछले साल भी वेख्या गया सी 2020 दे टाइम ते ਜਦੋਂ ਕਿ ਕੋਵਿਡ-19 ਬਿਲਕੁਲ ਸਿਖਰਾਂ ਤੇ ਸੀ ਤੇ ਵਾਰ-ਵਾਰ ਅਜਿਹੀਆਂ ਵੀਡੀਓ ਕਾਨਫਰੈਂਸਿੰਗ ਕਰਕੇ ਪੂਰੀ ਹਾਲਾਤਾਂ ਦਾ ਜਾਇਜ਼ਾ ਜਿਹੜਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਿਆ ਗਿਆ ਸੀ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਕੀ ਕੁਝ ਇਸ ਵੇਲੇ ਹਾਲ ਨੇ, ਕਿੰਨੇ ਕੁ ਕੇਸਿਸ ਆਏ ਨੇ। ਪਰ ਇਸ ਵਾਰ ਗੱਲ ਹੋਵੇਗੀ ਕੋਰੋਨਾ ਵੈਕਸੀਨ ਦੀ ਔਰ ਕਿਸ ਤਰ੍ਹਾਂ ਟੀਕਾਕਰਨ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਨੂੰ ਲੈ ਕੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ। ਤਾਂ ਤੁਹਾਨੂੰ ਦੱਸ ਦਈਏ ਕਿ ਕੋਵਿਡ ਵੈਕਸੀਨੇਸ਼ਨ ਤੇ ਇਸ ਦੀ ਸਮੀਖਿਆ ਹੋਵੇਗੀ ਔਰ ਸੋਮਵਾਰ ਨੂੰ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਗੱਲਬਾਤ ਕਰਨ ਜਾ ਰਹੇ ਨੇ। ਸ਼ਾਮ 4 ਵਜੇ ਗੱਲਬਾਤ ਕੀਤੀ ਜਾਵੇਗੀ ਔਰ ਕਿਸ ਤਰ੍ਹਾਂ ਇਹ ਪੂਰੀ ਜਿਹੜੀ ਪ੍ਰਕਿਰਿਆ ਹੈ ਵੈਕਸੀਨੇਸ਼ਨ ਦੀ ਇਸ ਨੂੰ ਬਹਾਲ ਕੀਤਾ ਜਾ ਸਕਦਾ ਹੈ, ਇਸ ਨੂੰ ਇੰਪਲੀਮੈਂਟ ਕੀਤਾ ਜਾ ਸਕਦਾ ਹੈ, ਉਹ ਸਾਰੀ ਹੀ ਵਿਸ਼ੇ ਨੂੰ ਲੈ ਕੇ ਚਰਚਾ ਹੋਣੀ ਸੰਭਵ ਹੈ। उधर एक बार फिर तो गल कर लेनी है किसान अंदोलन के नाल ही जुड़ी खबर दी। उधर किसान अंदोलनकारियों ते कमेंट करने वाली बॉलीवुड अदाकारा कंगना रनौत दियां मुश्किलां वध सकदियां ने क्योंकि बुजुर्ग महिला महेंद्र कौर ने कंगना खिलाफ मानहानि का केस कर दिता है। वेखो पूरी रिपोर्ट। ਹੁਣ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਬਜ਼ੁਰਗ ਮਹਿਲਾ ਤੇ ਕੀਤੀ ਟਿੱਪਣੀ ਭਾਰੀ ਪੈ ਸਕਦੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਬਠਿੰਡਾ ਦੀ ਬਜ਼ੁਰਗ ਮਹਿਲਾ ਤੇ ਕੰਗਨਾ ਦੇ ਵੱਲੋਂ ਇਤਰਾਜ਼ਯੋਗ ਟਵੀਟ ਕੀਤਾ ਗਿਆ ਸੀ। ਕੰਗਨਾ ਨੇ ਕਿਹਾ ਸੀ ਕਿ ਕਿਸਾਨੀ ਅੰਦੋਲਨ ਦੇ ਵਿੱਚ 100 ਰੁਪਏ ਦੀ ਦਿਹਾੜੀ ਤੇ ਮਹਿਲਾਵਾਂ ਸ਼ਾਮਲ ਹੋ ਰਹੀਆਂ ਨੇ ਤੇ ਇਹ ਟਿੱਪਣੀ ਹੁਣ ਕੰਗਨਾ ਦੀ ਮੁਸ਼ਕਲ ਦੇ ਵਿੱਚ ਵਾਧਾ ਕਰ ਸਕਦੀ ਹੈ। ਬਜ਼ੁਰਗ ਮਹਿਲਾ ਮਹਿੰਦਰ ਕੌਰ ਨੇ ਕੰਗਨਾ ਤੇ ਮਾਣਹਾਨੀ ਦਾ ਕੇਸ ਕਰ ਦਿੱਤਾ ਹੈ। भी असी कंगना रनौत ने बीबी ने मेरे घर वाले नूं 100 रुपये ते दिहाड़ी चक्या सी। उहदी खातर असी मानहानि दा 4
ਦਸੰਬਰ ਨੂੰ ਕਿ ਦਸੰਬਰ 4 ਜਨਵਰੀ ਨੂੰ ਕੇਸ ਕੀਤਾ ਮਾਣਾ ਦਾ। ਜੋ ਸਰਕਾਰ ਸਾਨੂੰ ਜੈਸਾ ਫੈਸਲਾ ਦੇਣਗੇ ਸਾਨੂੰ ਮਨਜ਼ੂਰ ਹੈ। ਮਹਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਨੇ ਜਿਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਕਿਸਾਨ ਨੇ, ਕੋਈ ਦਿਹਾੜੀ ਕਰਨ ਵਾਲੇ ਨਹੀਂ ਤੇ ਕੰਗਣਾ ਵੱਲੋਂ ਕੀਤੀ ਅਜਿਹੀ ਟਿੱਪਣੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਕਰਕੇ ਉਹਨਾਂ ਵੱਲੋਂ ਮਾਣਹਾਨੀ ਦਾ ਦਾਅਵਾ ਠੋਕਣ ਦਾ ਫੈਸਲਾ ਲਿਆ ਗਿਆ। ਤੇ ਸਾਨੂੰ ਲੋਕਾਂ ਤੋਂ ਬਹੁਤ ਸ਼ਰਮਿੰਦਗੀ ਹੋਈ ਵੀ ਅਸੀਂ ਕਿਸੇ ਨੂੰ ਮੂੰਹ ਨਹੀਂ ਵਿਖਾ ਸਕਦੇ ਸੀ ਵੀ ਦਿਹਾੜੀ ਤੇ ਜਾਣ ਵਾਲੇ ਬੰਦੇ ਆ। ਵੀ ਦਿਹਾੜੀ ਤੇ ਮੇਰੀਆਂ ਦੋਤਿਆਂ ਨੇ ਆਖਿਆ ਵੀ ਨਾਨੀ ਨੇ ਆਹ ਕੰਮ ਕੀਤਾ, ਚੰਗਾ ਨਹੀਂ ਕੰਮ ਕੀਤਾ। ਸਾਨੂੰ ਬਹੁਤ ਮੁਸ਼ਕਲ ਹੈ। 12-13 ਕਿੱਲੇ ਜ਼ਮੀਨ ਦੇ ਆ ਤੇ ਉਹਨੂੰ ਆਖ ਵੀ ਦਿਹਾੜੀ ਤੇ ਜਾਵੇ ਤੇ ਕਿੱਡੀ ਸ਼ਰਮ ਵਾਲੀ ਗੱਲ ਹੈ। ਪਿੰਡ ਦਾ ਨੰਬਰਦਾਰ ਹੋਵੇ, ਮੰਨਿਆ ਪਰਵਾਨਿਆ ਹੋਵੇ। ਜ਼ਿਕਰਯੋਗ ਹੈ ਕਿ ਜਦੋਂ ਕੰਗਣਾ ਵੱਲੋਂ ਬਜ਼ੁਰਗ ਮਹਿਲਾ ਦੇ ਲਈ ਵਿਵਾਦਤ ਟਵੀਟ ਕੀਤਾ ਗਿਆ ਸੀ ਤਾਂ ਇਸ ਦੇ ਬਾਅਦ ਕੰਗਣਾ ਕਿਸਾਨਾਂ ਦੇ ਨਿਸ਼ਾਨੇ ਤੇ ਆ ਗਈ ਸੀ। ਕੰਗਣਾ ਤੇ ਦਿਲਜੀਤ ਦੋਸਾਂਝ ਵਿਚਕਾਰ ਵੀ ਖੂਬ ਟਵਿੱਟਰ ਵਾਰ ਭਖੀ ਸੀ। ਹਾਲਾਂਕਿ ਵਿਵਾਦ ਜ਼ਿਆਦਾ ਭਖਣ ਦੇ ਬਾਅਦ ਕੰਗਣਾ ਦੇ ਵੱਲੋਂ ਟਵੀਟ ਡਿਲੀਟ ਕਰ ਦਿੱਤਾ ਗਿਆ ਸੀ। ਬਠਿੰਡਾ ਤੋਂ ਸੂਰਜਪਾਨ, ਨਿਊਜ਼ 18 ਪੰਜਾਬ। ਉਧਰ ਕੋਵਿਡ-19 ਮਹਾਮਾਰੀ ਨੇ ਆਪਸੀ ਨਿਰਭਰਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਜਿਸ ਦੇ ਨਾਲ ਪੂਰਾ ਦੇਸ਼ ਇਸ ਮੁਸੀਬਤ ਦਾ ਇਕਜੁੱਟ ਹੋ ਕੇ ਮੁਕਾਬਲਾ ਕਰ ਸਕੇ। ਵੈਕਸੀਨੇਸ਼ਨ ਦੇ ਐਲਾਨ ਤੋਂ ਬਾਅਦ ਜ਼ਰੂਰਤ ਹੋਵੇਗੀ ਕਿ ਅਸੀਂ ਆਪਣਾ ਮੋਹਰੀ ਯੋਗਦਾਨ ਦਈਏ ਜਿਸ ਦੇ ਨਾਲ ਅਸੀਂ ਇੱਕੋ ਸਮੇਂ ਵਾਇਰਸ ਨੂੰ ਹਰਾਉਣ ਦੇ ਵੱਲ ਕਦਮ ਵਧਾ ਸਕੀਏ ਅਤੇ ਨੈਟਵਰਕ 18 ਇਸ ਮੁਹਿੰਮ ਦੇ ਵਿੱਚ ਹਰ ਕਦਮ ਤੇ ਤੁਹਾਡੇ ਨਾਲ ਹੋਵੇਗਾ। ਜਦ ਤੱਕ ਸਾਰੇ ਸੁਰੱਖਿਅਤ ਨਹੀਂ ਹੋ ਜਾਂਦੇ ਉਦੋਂ ਤੱਕ ਕੋਈ ਸੁਰੱਖਿਅਤ ਨਹੀਂ ਹੋਵੇਗਾ। ਇਸ ਸੋਚ ਦੇ ਆਧਾਰ ਤੇ ਕੈਂਪੇਨ ਸੰਜੀਵਨੀ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਵੈਕਸੀਨ ਪਾਉਣਾ ਸਾਰੇ ਭਾਰਤੀਆਂ ਦਾ ਅਧਿਕਾਰ ਹੈ। ब्रेक तो बाद एक बार फिर तो स्वागत है। हुण गल करदे आ पंजाब कांग्रेस दे आपसी काटो कलेश दी। ਇਹ ਕਾਟੋ ਕਲੇਸ਼ ਨਿਗਮ ਚੋਣ ਨੂੰ ਲੈ ਕੇ ਹੋ ਰਿਹਾ ਹੈ। ਦਰਅਸਲ ਬਟਾਲਾ ਦੇ ਵਿੱਚ ਕਾਂਗਰਸ ਦੋ ਧੜਿਆਂ ਦੇ ਵਿੱਚ ਵੰਡੀ ਗਈ ਹੈ। ਇੱਕ ਧੜਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦਾ ਹੈ ਤੇ ਦੂਜਾ ਅਸ਼ਵਨੀ ਸੇਖੜੀ ਦਾ ਹੈ। ਸ਼ੁੱਕਰਵਾਰ ਨੂੰ ਇੱਕ ਸਮਾਗਮ ਦੌਰਾਨ ਦੋਵੇਂ ਧੜੇ ਆਪਸ ਦੇ ਵਿੱਚ ਉਲਝ ਗਏ। ਦੋਵੇਂ ਪਾਸੋਂ ਨਾਰੇਬਾਜ਼ੀ ਤੇ ਗਾਲੀ ਗਲੋਚ ਵੀ ਖੂਬ ਹੋਇਆ। ਮੈਂ ਜਿਹੜੇ ਕਰਦੇ ਸਾਰਿਆਂ ਨੂੰ ਪਾਰਟੀ ਤੋਂ ਬਾਹਰ ਕੱਢ ਦਿਓ। ਕੜਾਓ ਭਾਜੀ ਦੰਦ ਪਾ ਇਹ ਕੋਈ ਮਾਹੌਲ ਹੈ ਤਾਂ ਤੁਸੀਂ ਮਾਹੌਲ ਖਰਾਬ ਕਰਕੇ ਰੱਖਦੇ ਸਾਰਿਆਂ ਨੂੰ। ਤਾਂ ਵੀ ਤੁਸੀਂ ਲੀਡਰ ਹੋ। ਦੰਦ ਪਾ ਤੁਸੀਂ ਖਿੱਚਿਆ ਤਾਂ ਤੁਸੀਂ ਵੀ ਤੇ ਹੋਰ ਦੇ ਤੁਹਾਨੂੰ ਪਤਾ ਮੈਂ ਇੱਥੇ ਆਇਆ ਮੈਨੂੰ ਯਾਦ ਹੈ ਉਹ ਸਾਰੇ ਤੁਸੀਂ ਦੰਦ ਪਾਇਆ ਤੁਸੀਂ ਤਨ ਕੇ ਬਾਹਰ ਮਾਰੂ ਤੇ ਸਾਰੇ ਪਾਰਟੀ ਤੋਂ ਬੈਠੋ ਆਰਾਮ ਨਾਲ ਪੈਣਾ। ਸੁਣਿਆ ਤੁਸੀਂ ਕੈਬਨਿਟ ਮੰਤਰੀ ਓਪੀ ਸੋਨੀ ਕਿੰਨੇ ਗਰਮ ਨੇ। ਗੁੱਸਾ ਇੰਨਾ ਕਿ ਕਾਂਗਰਸੀ ਵਰਕਰਾਂ ਨੂੰ ਪਾਰਟੀ ਚੋਂ ਬਾਹਰ ਕੱਢਣ ਤੱਕ ਦੀ ਗੱਲ ਆਖ ਦਿੱਤੀ। ਓਪੀ ਸੋਨੀ ਗੁੱਸੇ ਦੇ ਵਿੱਚ ਇੰਨੇ ਲਾਲ ਪੀਲੇ ਕਿਉਂ ਨੇ ਉਸ ਦੀ ਵਜ੍ਹਾ ਵੀ ਜਾਣ ਲਓ। ਪਹਿਲਾਂ ਇਸ ਗੁੱਸੇ ਦੀ ਵਜ੍ਹਾ ਹੈ ਕਾਂਗਰਸ ਦਾ ਇਹ ਕਾਟੋ ਕਲੇਸ਼। ਤੈਨੂੰ ਵੇਖ ਲੈਨੇ ਆ ਤਸਵੀਰਾਂ ਬਟਾਲਾ ਦੀਆਂ ਨੇ ਜਿੱਥੇ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਕਾਟੋ ਕਲੇਸ਼ ਜਗ ਜ਼ਾਹਰ ਹੋ ਗਿਆ। ਚੋਣਾਂ ਦੇ ਲਈ ਬਟਾਲਾ ਜ਼ਿਲ੍ਹੇ ਦੇ ਪਾਰਟੀ ਅਬਜ਼ਰਵਰ ਕੈਬਨਿਟ ਮੰਤਰੀ ਓਪੀ ਸੋਨੀ ਦੇ ਸਾਹਮਣੇ ਬਟਾਲਾ ਦੇ ਵਿੱਚ ਪਹਿਲੀ ਚੁਣਾਵੀ ਮੀਟਿੰਗ ਰੱਖੀ ਗਈ। ਪਰ ਮੀਟਿੰਗ ਦੌਰਾਨ ਹੀ ਕਾਂਗਰਸ ਦੇ ਵਰਕਰਾਂ ਦੇ ਵਿੱਚ ਜੰਮ ਕੇ ਨਾਅਰੇਬਾਜ਼ੀ ਹੋਈ ਤੇ ਗਾਲੀ ਗਲੋਚ ਹੋਇਆ। ਬਟਾਲਾ 'ਚ ਕਾਂਗਰਸ ਦੋ ਧੜਿਆਂ ਦੇ ਵਿੱਚ ਵੰਡੀ ਗਈ ਹੈ। ਇੱਕ ਧੜਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਤੇ ਦੂਜਾ ਅਸ਼ਵਨੀ ਸੇਖੜੀ ਦਾ। ਸ਼ੁੱਕਰਵਾਰ ਨੂੰ ਨਿਗਮ ਚੋਣਾਂ ਦੀ ਤਿਆਰੀ ਦੇ ਲਈ ਮੀਟਿੰਗ ਰੱਖੀ ਗਈ। ਇਸੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਧੜਿਆਂ ਦੇ ਵਿੱਚ ਆਪਸ 'ਚ ਨਾਅਰੇਬਾਜ਼ੀ ਤੇ ਗਾਲੀ ਗਲੋਚ ਖੂਬ ਹੋਇਆ। ਸਾਬਕਾ ਮੰਤਰੀ ਤੇ ਕਾਂਗਰਸ ਲੀਡਰ ਅਸ਼ਵਨੀ ਸੇਖੜੀ ਵੀ ਮੌਕੇ ਤੇ ਮੌਜੂਦ ਰਹੇ। ਇਸ ਦੌਰਾਨ ਸੇਖੜੀ ਵੀ ਆਪੇ ਤੋਂ ਬਾਹਰ ਨਜ਼ਰ ਆਏ। ਗਾਲੀ ਗਲੋਚ ਉਹਨਾਂ ਦੇ ਮੂੰਹ ਤੋਂ ਵੀ ਖੂਬ ਹੋਇਆ। ਦੋਵੇਂ ਧੜਿਆਂ ਦੇ ਵਿੱਚ ਮਾਮਲਾ ਇੰਨਾ ਵਿਗੜ ਗਿਆ ਕਿ ਕਾਂਗਰਸੀ ਵਰਕਰ ਪੁਲਿਸ ਦੇ ਵੀ ਕੰਟਰੋਲ ਤੋਂ ਬਾਹਰ ਹੋ ਗਏ।